ਵਾਹਿਗੁਰੂ ਜੀ ਸਤਨਾਮ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਦਾਸ ਕਾ ਦੁਖ ਬਿਦਾਰਿਓ। ਕਿਰਪਾ ਕਟਾਖ ਅਵਲੋਕਨ ਕੀ
ਦਾਸ ਕਾ ਦੂਤ ਵਿਦਾਰਿਓ। ਕਿਰਪਾ ਕੁਠਾਰ ਅਵਲੋਕਨ ਕੀਨੋ, ਦਾਸ ਕਾ ਦੂਤ ਵਿਦਾਰਿਓ। ਕਿਰਪਾ ਕਠਾਰ ਅਵਲੋਕਨ ਕੀਨੋ, ਦਾਸ ਕਾ ਦੂਤ ਵਿਦਾਰਿਓ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਹਰ ਜਨ ਰਾਖ ਗੁਰ ਗੋਬਿੰਦ, ਰਾਖੈ ਗੁਰ ਗੋਬਿੰਦ। ਹਰ ਜਨ ਰਾਖੈ ਗੁਰ ਗੋਬਿੰਦ, ਰਾਖੈ ਗੁਰ ਗੋਬਿੰਦ। ਕੰਠ ਲਾਏ ਅਵਗੁਣ ਸਭ ਮੇਟ, ਦਇਆਲ ਪੁਰਖ ਬਖਸ਼ੰਦ। ਕੰਠ ਲਾਏ ਅਵਗੁਣ ਸਭ ਮੇਟ, ਦਿਆਲ ਪੁਰਖ ਬਖਸ਼ੰਦ। ਕੰਠ ਲਾਏ ਅਵਗੁਣ ਸਭ ਮੇਟ, ਦਇਆਲ ਪੁਰਖ ਬਖਸ਼ੰਦ। ਕੰਠ ਲਾਏ ਅਵਗੁਣ ਸਭ ਮੇਟ, ਦਇਆਲ ਪੁਰਖ ਬਖਸ਼ੰਦ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਐਸੋ ਰਾਜ ਛੋੜਿਆ ਔਰ ਦੂਜਾ ਕਾਹ ਧਿਆਈਐ ਐਸੋ ਰਾਜ ਛੋੜਿਓ ਦੂਜਾ ਪਾਸ ਜਾਈਐ ਐਸੋ ਰਾਜ ਛੋੜਿਆ ਔਰ ਦੂਜਾ ਕਾਹ ਧਿਆਈਐ ਐਸੋ ਰਾਜ ਛੋੜਿਓ ਦੂਜਾ ਪਾਸ ਜਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਵਾਹਿਗੁਰੂ 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 ਰਾਜਨ ਪਾਨਨ ਪਾਨ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇਵਾਨ ਦੇ ਉਪਮਾ ਮਹਾਨ ਦੇਵਾਨ ਦੇਵ ਉਪਮਾ ਮਹਾਨ ਦੇਵਾਨ ਦੇ ਉਪਮਾ ਮਹਾਨ ਰਾਜਨ ਰਾਜ ਪਾਨਨ ਪਾਨ ਰਾਜਨ ਰਾਜ ਪਾਨਨ ਪਾਨ ਵਾਹਿਗੁਰੂ 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 ਗਾਵੋ ਮੇਰੀ ਰਸਨਾ ਕੀਰਤ ਪ੍ਰਭ ਗਾਵੋ ਮੇਰੀ ਰਸਨਾ ਕੀਰਤ ਪ੍ਰਭ ਕੀ ਓ ਗਾਵੋ ਮੇਰੀ ਰਸਨਾ ਕੀਰਤ ਪ੍ਰਭ ਕੀ
रसना कीरत प्रभु की। गावो मेरी 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 रसना कीरत प्रभु की। कीरत प्रभु की गावो मेरी रसना। 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 वाहिगुरु गावो मेरी रसना कीरत प्रभु की। गाओ मेरी रसना कीरत प्रभु की। गावो 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 मेरी रसना कीरत प्रभु की। कीरत प्रभु की गावो मेरी रसना। अनक बार कर बंधन संतन ऊहा चरण गोबिंद जी के बसना। अनक बार कर बंधन संतन ऊहा चरण गोबिंद जी के बसना। परम सन्मान जो गुरु खालसा साध संगत जी वਡਭਾਗੇ हो। ਸਰਬਏ ਕਾਇਨਾਤ ਚਬਰ ਛਤਰ ਤਖਤ ਦੇ ਮਾਲਿਕ ਸ਼ਬਦ ਅਵਤਾਰ ਗੁਰਗੱਦੀ ਪਰ ਸੁਭਾਏ ਮਾਨ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜਾਗਤ ਜੋਤ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸੱਜ ਬੈਠ ਕੇ ਆਪ ਸਰਬੱਤ ਮਾਈ ਭਾਈ ਸਾਧ ਸੰਗਤ ਦਾ ਰੂਪ ਬਣ ਕੇ ਇਕੱਤਰ ਹੋਏ ਹੋ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ ਸੰਗਤ ਜੀ। ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਬਲਬੀਰ ਸਿੰਘ ਜੀਆਂ ਦੇ ਪਿਆਰ ਭਰੇ ਸੱਦੇ ਤੇ ਆਪ ਜੀ ਸੇਵਕਾਂ ਦੇ ਗ੍ਰਹਿ ਵਿਖੇ ਪਹੁੰਚੇ ਹੋ। ਸੰਗਤੀ ਰੂਪ ਬਣ ਕੇ ਆ ਕੇ ਹਾਜ਼ਰੀਆਂ ਲਵਾਈਆਂ। ਜਿੱਥੇ ਸਤਿਗੁਰਾਂ ਨੇ ਸੇਵਕਾਂ ਦੇ ਗ੍ਰਹਿ ਵਿਖੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ, ਉੱਥੇ ਆਪ ਜੀ ਸੰਗਤੀ ਰੂਪ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰ ਰਹੇ ਹੋ, ਕਿਉਂਕਿ ਸੰਗਤ ਦਾ ਬਹੁਤ ਵੱਡਾ ਫਲ ਹੈ। ਸੰਗਤ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਆਪਣੇ ਤੋਂ ਵੱਡਾ ਇੱਕ ਦਰਜਾ ਦਿੱਤਾ ਹੈ। ਉੱਥੇ ਨਾਲ ਦੀ ਨਾਲ ਹੀ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਪਰਉਪਕਾਰੀ ਮਹਾਤਮਾ ਸ਼੍ਰੀ ਮਾਨ ਸੰਤ ਬਾਬਾ ਹਰਜਿੰਦਰ ਸਿੰਘ ਜੀ ਮਹਾਂਪੁਰਖ ਪਰਿਵਾਰ ਦੇ ਪਿਆਰ ਭਰੇ ਸੱਦੇ ਤੇ ਮਹਾਂਪੁਰਖ ਪਹੁੰਚੇ ਨੇ ਦੂਰੋਂ ਚੱਲ ਕੇ। ਇਹ ਵੀ ਇੱਕ ਪਿਆਰ ਦੀ ਖੇਡ ਹੁੰਦੀ ਹੈ ਸੰਗਤ ਜੀ। ਨਹੀਂ ਤੇ
ਸਮਾਂ ਤੇ ਇੱਕ ਮਿੰਟ ਦਾ ਵੀ ਨਹੀਂ ਹੁੰਦਾ। ਭਾਵੇਂ ਸਾਰਾ ਦਿਨ ਫਰੀ ਵੀ ਕਿਉਂ ਨਾ ਹੋਣ ਮਹਾਂਪੁਰਖ, ਰੁਝੇਵੇਂ ਵੀ ਬੜੇ ਹੁੰਦੇ ਨੇ, ਪਰ ਸਾਰਾ ਦਿਨ ਭਾਵੇਂ ਫਰੀ ਵੀ ਕਿਉਂ ਨਾ ਹੋਣ। ਬੇਪਰਵਾਹ ਸਾਧੂ ਭਾਵੇਂ ਕੋਈ ਰਾਜਾ ਆ ਕੇ ਵੀ ਬੇਨਤੀ ਕਰ ਦੇਵੇ ਕਿ ਆਓ ਮਹਾਰਾਜ, ਉਹ ਜਵਾਬ ਦੇ ਦਿੰਦੇ ਨੇ ਕਿ ਨਹੀਂ ਜੀ, ਟਾਈਮ ਨਹੀਂ, ਆਵਾਂਗੇ। ਪਰ ਜਦੋਂ ਕੋਈ ਪਿਆਰ ਵਾਲਾ ਗੁਰੂ ਪਿਆਰਾ ਬੇਨਤੀ ਕਰਦਾ ਹੈ, ਬਾਬਾ ਜੀ ਕਿਰਪਾ ਕਰਿਓ, ਪਹੁੰਚਿਓ, ਫਿਰ ਭਾਵੇਂ ਸਫ਼ਰ ਕਿੰਨਾ ਲੰਬਾ ਹੋਵੇ। ਹੁਣ ਆਪ ਜੀ ਜਾਣਦੇ ਹੋ, ਧੁੰਦ ਪੈ ਰਹੀ ਹੈ, ਠੰਡ ਦਾ ਮੌਸਮ ਹੈ, ਫਿਰ ਵੀ ਮਹਾਂਪੁਰਖ ਸੇਵਕਾਂ ਦੇ ਪਿਆਰ ਦੇ ਭਿੱਜੇ ਹੋਏ ਅਸੀਸਾਂ ਦੇਣ ਲਈ ਮਹਾਂਪੁਰਖ ਵੀ ਪਹੁੰਚੇ ਨੇ। ਜੀਓ ਆਇਆਂ ਨੂੰ ਆਖਦੇ ਆ ਮਹਾਂਪੁਰਖਾਂ ਨੂੰ। ਸੰਗਤ ਜੀ, ਮੈਂ ਰਾਤ ਵੀ ਆਪ ਜੀਆਂ ਨੂੰ ਬੇਨਤੀ ਕੀਤੀ ਸੀ, ਇਹ ਸਾਰੀ ਪ੍ਰੇਮ ਦੀ ਖੇਡ ਹੈ। ਸਤਿਗੁਰੂ ਸਾਡੇ ਸਮਰੱਥ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪਰ ਸਾਨੂੰ ਪ੍ਰੇਮ ਕਰਨਾ ਨਹੀਂ ਆਉਂਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਬਚਨ ਨੇ। ਜਿੱਦਣ ਸਾਨੂੰ ਜਾਚ ਆ ਗਈ, ਜਿੱਦਣ ਵੱਲ ਆ ਗਿਆ, ਜਿੱਦਣ ਢੰਗ ਆ ਗਿਆ, ਇਹ ਜਾਚ, ਇਹ ਢੰਗ, ਇਹ ਸਿੱਖਿਆ ਸੰਗਤ ਦੇ ਵਿੱਚੋਂ ਮਿਲਦੀ ਆ ਕਰਕੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਆਖੀਏ ਘਰ ਬੈਠ ਕੇ ਸੰਗਤ ਤੋਂ ਦੂਰ, ਗੁਰਬਾਣੀ ਤੋਂ ਦੂਰ, ਸਿਮਰਨ ਭਜਨ ਤੋਂ ਦੂਰ ਹੋ ਕਰਕੇ ਇਹ ਬਖਸ਼ਿਸ਼ ਪ੍ਰਾਪਤ ਹੋ ਜਾਵੇ ਤੇ ਫਿਰ ਵੀ ਨਹੀਂ ਹੁੰਦੀ। ਇਹ ਬਖਸ਼ਿਸ਼ ਤੇ ਸੰਗਤ ਦੇ ਵਿੱਚ ਆ ਕੇ ਮਿਲਦੀ ਹੈ। ਗੁਰੂ ਸਮਰੱਥ ਨੇ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਬੇਅੰਤ ਮੁਸ਼ਕਲਾਂ ਆਉਂਦੀਆਂ ਨੇ, ਤਕਲੀਫਾਂ ਆਉਂਦੀਆਂ ਨੇ, ਵਿਘਨ ਵੀ ਆਉਂਦੇ ਨੇ ਕਾਰੋਬਾਰਾਂ ਦੇ ਵਿੱਚ। ਹੁਣ ਮਹਾਂਪੁਰਖਾਂ ਦਾ ਇੱਕ ਬੋਲਿਆ ਹੋਇਆ ਪਰਥਾਏ ਸਾਖੀ, ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇੱਕ ਬੋਲ ਮਹਾਂਪੁਰਖਾਂ ਦਾ ਸਾਡਾ ਰਸਤਾ ਸਿੱਧਾ ਕਰ ਦਿੰਦਾ। ਇੱਕ ਬੋਲ ਮਹਾਂਪੁਰਖਾਂ ਦਾ ਸਾਡੇ ਕਈ ਕਰੋੜਾਂ ਵਿਘਨ ਦੂਰ ਕਰ ਦਿੰਦਾ ਹੈ। ਇੱਕ ਬੋਲ ਮਹਾਂਪੁਰਖਾਂ ਦਾ ਸਾਡਾ ਜੀਵਨ ਸਵਾਰ ਦਿੰਦਾ ਹੈ। ਬੋਲ ਦੀ ਗੱਲ ਛੱਡੋ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਸਾਧੂ ਆਪਣੀ ਮੌਜ ਦੇ ਵਿੱਚ ਆ ਕੇ ਚਰਨ ਵੀ ਪਾ ਜਾਏ ਨਾ, 2 ਘੜੀਆਂ ਬੈਠ ਕੇ ਚਲਿਆ ਜਾਏ, ਕਰੋੜਾਂ ਵਿਘਨ ਦੂਰ ਹੋ ਜਾਂਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਅਰਦਾਸ ਕਰਾਉਣ ਦੀ ਲੋੜ ਨਹੀਂ, ਕੋਈ ਕਹਿਣ ਦੀ ਲੋੜ ਨਹੀਂ, ਬਾਬਾ ਜੀ ਕਿਰਪਾ ਕਰਿਓ, ਆਹ ਕਾਰਜ ਸਿੱਧ ਨਹੀਂ ਹੁੰਦਾ। ਕੋਈ ਕਹਿਣ ਦੀ ਲੋੜ ਨਹੀਂ। ਸਾਧੂ ਆਪਣੀ ਮੌਜ ਦੇ ਵਿੱਚ ਆ ਕੇ 2 ਘੜੀਆਂ ਬੈਠ ਕੇ ਵੀ ਚਲਿਆ ਜਾਏ। ਕਾਰਨ ਪ੍ਰੇਮ। ਉਹਨਾਂ ਨੇ ਜੀਵਨ ਲਾਇਆ ਹੋਇਆ ਹੈ। ਹੁਣ ਸਾਧੂ ਪਹਿਰਾਵੇ ਦਾ ਨਾਮ ਨਹੀਂ, ਅੰਦਰ ਦੀ ਬਿਰਤੀ, ਅੰਦਰ ਦੀ ਖੇਡ, ਅੰਦਰ ਦੇ ਭਾਵ ਪਿਆਰ ਦਾ ਨਾਮ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਪੈਂਟ ਕੋਟ 'ਚ ਵੀ ਹੋ ਸਕਦਾ ਹੈ, ਉਹ ਕੁੜਤੇ ਪਜਾਮੇ 'ਚ ਵੀ ਹੋ ਸਕਦਾ ਹੈ, ਉਹ ਗੁਰੂ ਦੇ ਬਖਸ਼ੇ ਹੋਏ ਬਾਣੇ ਦੇ ਵਿੱਚ ਵੀ ਹੋ ਸਕਦਾ ਹੈ। ਇਹ ਤੇ ਇੱਕ ਅਵਸਥਾ ਦਾ ਨਾਮ ਹੈ। ਪ੍ਰੇਮ, ਮੈਂ ਰਾਤ ਬੇਨਤੀ ਕੀਤੀ ਸੀ, 2 ਅੱਖਰਾਂ ਦਾ ਸ਼ਬਦ ਹੈ ਪ੍ਰੇਮ। ਪਰੇ ਮੰਮਾ, ਪੱਪਾ ਤੇ ਮੰਮਾ, ਪ੍ਰੇਮ, ਪਰੇ ਪ੍ਰਸਮ। ਜਿਹਦੇ ਅੰਦਰੋਂ ਮੈਂ ਖਤਮ ਹੋ ਗਈ, ਜਿੱਥੇ ਮੈਂ ਉੱਥੇ ਰੱਬ ਨਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਪ੍ਰੇਮ। ਖੁਦ ਕਹਿੰਦਾ ਜੀ ਆਹ ਕੰਮ ਮੈਂ ਕੀਤਾ, ਆਹ ਕੰਮ ਮੈਂ ਕੀਤਾ, ਜੇ ਆਹ ਮੈਂ ਨਾ ਕਰਦਾ ਇਹ ਕੰਮ ਨਹੀਂ ਸੀ ਹੋਣਾ। ਇਹ ਤੇ ਮੇਰੀ ਦਿਮਾਗ ਦੀ ਵਰਤੋਂ ਹੈ, ਇਹ ਕੰਮ ਮੈਂ ਹੀ ਕਰ ਸਕਦਾ ਸੀ। ਬਸ ਜਿੱਥੇ ਮੈਂ ਆ ਗਈ ਉੱਥੇ ਰੱਬ ਨਹੀਂ। ਪ੍ਰੇਮ ਦੇ ਵਿੱਚ ਮੈਂ ਨਹੀਂ ਹੈ, ਪ੍ਰੇਮ ਦੇ ਵਿੱਚ ਆਤਮ ਸਮਰਪਣ ਹੈ। ਪ੍ਰੇਮ ਦੇ ਵਿੱਚ
ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਹੁਕਮ ਇੱਕ ਉਹ ਹੈ ਕਿ ਇੱਕ ਪੁੱਤ ਆਪਣੇ ਪਿਤਾ ਦਾ ਹੁਕਮ ਮੰਨਦਾ। ਪੁੱਤ ਕਹਿੰਦਾ ਬੇਟਾ ਆਹ ਕੰਮ ਤੈਨੂੰ ਦੱਸਿਆ ਇਹ ਕਰਨਾ ਹੈ, ਕਰਕੇ ਆ। ਉਹ ਅੰਦਰੋਂ ਚਾਹੁੰਦਾ ਨਹੀਂ, ਜਾਣਦਾ, ਜਾਣ ਨੂੰ ਮਨ ਨਹੀਂ ਕਰਦਾ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਪਰ ਉਹ ਕਹਿੰਦਾ ਕਿ ਮੇਰਾ ਦਿਲ ਤਾਂ ਨਹੀਂ ਕਰਦਾ, ਮਨ ਨਹੀਂ ਮੰਨਦਾ, ਪਰ ਮੇਰੇ ਪਿਤਾ ਦਾ ਹੁਕਮ ਹੈ, ਮਾਂ ਦਾ ਹੁਕਮ ਹੈ, ਮੈਨੂੰ ਕਰਨਾ ਪੈਣਾ, ਮਜਬੂਰੀ ਬਸ ਮੰਨਣਾ ਪੈ ਰਿਹਾ। ਉਹ ਹੁਕਮ ਹੈ। ਤੇ ਰਜਾਈ, ਰਜਾ, ਰਜਾ ਕੀ ਹੈ? ਰਜਾ ਦੇ ਅਰਥ ਕੀ ਨੇ? ਹੁਕਮ ਉਹ ਹੈ ਕਿ ਮਜਬੂਰੀ ਵਸ ਮੰਨਣਾ ਪੈ ਰਿਹਾ ਹੈ। ਰਜਾ ਉਹ ਹੈ ਕਿ ਕਿੰਨੇ ਤੋਂ ਕਿੰਨਾ ਸਖਤ ਹੁਕਮ ਵੀ ਲੱਗ ਗਿਆ, ਉਹਦੇ ਅੱਗੇ ਸਿਰ ਨਵਾ ਦੇਣਾ। ਗੱਜ ਕੇ ਆਖੋ ਸਤਨਾਮ। ਉਹਦੇ ਵਿੱਚ ਪ੍ਰਸੰਨਤਾ ਕਿ ਕਾਰਜ ਭਾਵੇਂ ਕਿੰਨਾ ਵੀ ਔਖਾ ਹੈ, ਪਰ ਮੇਰੇ ਗੁਰੂ ਦਾ ਹੁਕਮ ਹੈ, ਮੇਰੇ ਮਹਾਂਪੁਰਖ ਦਾ ਹੁਕਮ ਹੈ, ਮੇਰੇ ਪਿਤਾ ਦਾ ਹੁਕਮ ਹੈ, ਮੇਰੀ ਮਾਂ ਦਾ ਹੁਕਮ ਹੈ। ਕਾਰਜ ਕਿੰਨਾ ਵੀ ਔਖਾ ਇਹ ਮੈਂ ਕਰਨਾ ਹੀ ਕਰਨਾ ਹੈ, ਕਿਉਂਕਿ ਇਹਦੇ ਚੋਂ ਮੈਨੂੰ ਖੁਸ਼ੀ ਮਿਲਦੀ ਹੈ। ਗੱਜ ਕੇ ਆਖੋ ਸਤਨਾਮ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਰਜਾ ਦੇ ਵਿੱਚ ਰਹਿਣਾ। ਭਾਈ ਲਹਿਣਾ ਜੀ ਨੂੰ ਰਾਤ ਨੂੰ ਹੁਕਮ ਹੋ ਗਿਆ ਸੀ 12-1 ਵਜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ। ਜਦੋਂ ਅੰਤਲਾ ਸਮਾਂ ਆ ਗਿਆ ਕਿ ਹੁਣ ਸਮਾਂ ਆ ਗਿਆ ਵੀ ਗੁਰੂ ਨਾਨਕ ਜੋ ਗੁਰਗੱਦੀ ਹੈ ਅੱਗੇ ਭਾਈ ਲਹਿਣਾ ਜੀ ਨੂੰ ਥਾਪ ਦਿੱਤਾ ਜਾਵੇ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ। ਖੇਡ ਵਰਤੀ। ਗੁਰੂ ਮਹਾਰਾਜ ਕਹਿਣ ਲੱਗੇ ਲਹਿਣਾ ਜੀ ਦੇਖੋ ਦਿਨ ਚੜਿਆ ਹੋਇਆ ਹੈ, ਕਿੰਨੀ ਧੁੱਪ ਹੈ, ਜਾਓ ਚਾਦਰਾਂ ਧੋ ਕੇ ਸੁਕਾ ਕੇ ਲੈ ਕੇ ਆਓ। ਭਾਵੇਂ ਕਿ ਰਾਤ ਪਈ ਹੋਈ ਸੀ। ਹੁਣ ਜੇ ਭਾਈ ਲਹਿਣਾ ਜੀ ਸਾਡੇ ਵਰਗੇ ਹੁੰਦੇ, ਆਪਣੀ ਮੱਤ ਵਰਤਦੇ, ਉਹ ਕਹਿੰਦੇ ਮਹਾਰਾਜ ਅੱਧੀ ਰਾਤ ਦਾ ਟਾਈਮ ਹੈ, ਧੁੱਪ ਹਨੇਰਾ, ਨਾ ਕੋਈ ਸੂਰਜ ਹੈ ਨਾ ਧੁੱਪ ਹੈ, ਇਹ ਤੇ ਰਾਤ ਹੈ। ਤੇ ਚਾਦਰਾਂ ਵੀ ਪਹਿਲਾਂ ਤੋਂ ਹੀ ਧੋਤੀਆਂ ਹੋਈਆਂ ਸਨ, ਸਫਾਈ ਕਰਕੇ ਰੱਖੀਆਂ ਹੋਈਆਂ ਸਨ ਜੋੜ ਕੇ, ਕੋਈ ਵੀ ਚਾਦਰ ਮੈਲੀ ਨਹੀਂ। ਉਹਨਾਂ ਆਪਣੀ ਮੱਤ ਨਹੀਂ ਵਰਤੀ। ਗੁਰੂ ਸਾਹਿਬ ਕਹਿੰਦੇ ਭਾਈ ਲਹਿਣਾ ਜੀ ਦਿਨ ਚੜਿਆ ਹੋਇਆ, ਦੇਖੋ ਕਿੰਨੀ ਧੁੱਪ ਹੈ, ਚਾਦਰਾਂ ਧੋ ਕੇ ਲੈ ਆਓ। 7 ਵਚਨ ਮਹਾਰਾਜ ਜੀ। ਚਾਦਰਾਂ ਚੁੱਕ ਕੇ ਤੁਰ ਪਏ। ਨਾਲ ਦੇ ਗੁਰਸਿੱਖ ਕਹਿਣ ਲੱਗੇ ਭਾਈ ਲਹਿਣਾ ਜੀ ਕਮਲੇ ਹੋ ਗਏ ਹੋ, ਰਾਤ ਦਾ ਟਾਈਮ ਹੈ, ਚਾਦਰਾਂ ਵੀ ਸਾਫ਼ ਨੇ, ਧੁੱਪ ਨਹੀਂ ਚੜੀ ਹੋਈ, ਕਹਿ ਦਿਓ ਮਹਾਰਾਜ। ਭਾਈ ਲਹਿਣਾ ਜੀ ਕਹਿੰਦੇ ਪਿਆਰਿਓ, ਨਾ ਮੈਨੂੰ ਚਾਦਰਾਂ ਨਾਲ ਮਤਲਬ ਹੈ, ਨਾ ਧੁੱਪ ਨਾਲ ਮਤਲਬ ਹੈ, ਨਾ ਸੂਰਜ ਨਾਲ ਮਤਲਬ ਹੈ, ਨਾ ਮੈਨੂੰ ਇਹਦੇ ਨਾਲ ਮਤਲਬ ਹੈ ਕਿ ਚਾਦਰਾਂ ਮੈਲੀਆਂ ਨੇ ਕਿ ਜਾਂ ਸਾਫ਼ ਨੇ। ਕਹਿੰਦੇ ਫਿਰ ਕਹਿੰਦੇ ਮੈਨੂੰ ਤੇ ਮੇਰੇ ਗੁਰੂ ਦੇ ਹੁਕਮ ਦੇ ਨਾਲ ਮਤਲਬ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਰਾਤ ਨੂੰ ਦੇਣਾ ਹੈ ਤੇ ਫਿਰ ਦੇਣੀ ਹੈ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਚਾਦਰਾਂ ਮੈਲੀਆਂ ਨੇ ਤੇ ਮੈਲੀਆਂ ਨੇ। ਮੈਨੂੰ ਚਾਦਰਾਂ ਨਾਲ ਕੋਈ ਮਤਲਬ ਨਹੀਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਮੈਨੂੰ ਤੇ ਗੁਰੂ ਦੇ ਹੁਕਮ ਦੇ ਨਾਲ ਮਤਲਬ ਹੈ, ਮੈਂ ਤੇ ਗੁਰੂ ਦਾ ਹੁਕਮ ਮੰਨਣਾ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਸੰਗਤ ਜੀ। ਪ੍ਰੇਮ ਹੁਕਮ ਕੌਣ ਮੰਨਦਾ ਹੈ? ਧਿਆਨ ਦੇਣਾ। ਇਹ ਤੇ ਇੱਕ ਹੋਰ ਅਵਸਥਾ ਉੱਚੀ ਹੈ ਹੁਕਮ ਮੰਨਣ ਦੀ, ਉਸ ਤੋਂ ਵੀ ਅਵਸਥਾ ਉੱਚੀ ਹੈ ਰਜਾ ਦੇ ਵਿੱਚ ਰਹਿਣ ਦੀ। ਪਰ ਇਹ ਅਵਸਥਾਵਾਂ ਪ੍ਰੇਮ ਦੇ ਵਿੱਚੋਂ ਪ੍ਰਗਟ ਹੁੰਦੀਆਂ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦੇ ਵਿੱਚ ਕੀਰਤ ਪ੍ਰਭ ਕੀ ਗਾਵੋ ਮੇਰੀ ਰਸਨਾ ਸਟੈਪ ਸਭ ਤੋਂ ਪਹਿਲਾਂ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸੰਗਤ ਜੀ ਕਈ ਵਾਰੀ ਆਪਾਂ ਸੰਗਤ ਦੇ ਵਿੱਚ ਆਉਂਦੇ ਆ, ਬੜੇ ਗੁਰਮੁਖ ਪਿਆਰੇ ਮਿਲਦੇ ਨੇ, ਔਰ ਜਦੋਂ ਪਹਿਲੀ ਵਾਰ ਉਹਨਾਂ ਦੇ ਨਾਲ ਮਿਲਾਪ ਹੋਵੇ, ਜਾਣ ਪਹਿਚਾਨ ਨਹੀਂ ਹੁੰਦੀ, ਮੁੜ ਕੇ ਬੈਠਣ ਉੱਠਣ ਦੇ ਨਾਲ ਸੁਭਾਅ ਦਾ ਪਤਾ ਲੱਗਦਾ ਹੈ, ਗੂੜਾ ਸੰਬੰਧ ਸਾਡਾ ਬਣ ਜਾਂਦਾ ਹੈ। ਰਿਸ਼ਤੇਦਾਰੀਆਂ, ਸੰਸਾਰ ਦੇ ਵਿੱਚ ਆਉਣਾ ਜਾਣਾ, ਰਿਸ਼ਤੇਦਾਰੀਆਂ, ਨਾਤੇ ਸੰਬੰਧ ਸਭ ਪ੍ਰੇਮ ਦੀ ਖੇਡ ਹੈ। ਜਿੰਨਾ ਤੁਸੀਂ ਕਰੋਗੇ ਉਹਨਾਂ ਦੂਸਰਾ ਤੁਹਾਡੇ ਨਾਲ ਕਰੇਗਾ। ਇੱਕ ਜਾਨਵਰ ਦੇ ਨਾਲ ਵੀ ਪ੍ਰੇਮ ਪਾ ਲਓ, ਉਹ ਵੀ ਤੁਹਾਡੇ ਪਿੱਛੇ ਪਿੱਛੇ ਫਿਰੇਗਾ। ਇੱਕ ਜਾਨਵਰ ਦੇ ਨਾਲ ਵੀ ਪਿਆਰ ਕਰਕੇ ਦੇਖ ਲਓ। ਔਰ ਇੱਥੇ ਤੇ
ਸਭ ਕੋ ਤੇਰੇ ਵਸ ਅਗੰਮ ਅਗੋਚਰਾਂ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਰੱਬ ਆਪਣੇ ਪਿਆਰਿਆਂ ਦੇ ਪਿੱਛੇ ਪਿੱਛੇ ਫਿਰਦਾ ਹੈ। ਰੱਬ ਆਪਣੇ ਪਿਆਰਿਆਂ ਦੀ ਗੱਲ ਨਹੀਂ ਟਾਲਦਾ, ਕਿਉਂਕਿ ਕਾਰਨ ਕੀ ਹੈ? ਗੁਰਸਿੱਖਾਂ ਨੇ, ਸਾਧੂਆਂ ਨੇ, ਮਹਾਂਪੁਰਖਾਂ ਨੇ ਕੋਈ ਮਾਇਆ ਦੇ ਨਾਲ, ਕੋਈ ਦੌਲਤ ਦੇ ਨਾਲ, ਕੋਈ ਜਗੀਰ ਜਾਇਦਾਦ ਦੇ ਨਾਲ ਰੱਬ ਨੂੰ ਨਹੀਂ ਬੰਨਿਆ। ਉਹ ਇੱਕ ਪ੍ਰੇਮ ਦੀ ਖੇਡ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਉਹਨਾਂ ਦੀ ਅਵਸਥਾ, ਮਹਾਰਾਜ ਤਨ ਵੀ ਤੇਰਾ ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਜੀਓ ਪਿੰਡ ਸਭ ਰਾਸ ਤੁਮਾਰੀ। ਇਹ ਸਰੀਰ ਵੀ ਤੇਰਾ, ਇਹ ਸਵਾਸ ਵੀ ਤੇਰੇ ਦਿੱਤੇ ਹੋਏ ਨੇ, ਇਹ ਜੀਵਨ ਵੀ ਤੇਰੇ ਪਿਆਰ ਦੇ ਵਿੱਚ ਲੱਗਾ ਹੋਇਆ ਹੈ। ਜੋ ਹੁਕਮ ਕਰੋਗੇ ਉਹ ਵਰਤਾ ਦੇਾਂਗੇ, ਜੋ ਬਖਸ਼ਿਸ਼ ਦੇਓਗੇ ਵੰਡ ਦੇਾਂਗੇ। ਨਹੀਂ ਤੇ ਬੈਠੇ ਆ ਤੁਹਾਡੇ ਪਿਆਰ ਦੇ ਵਿੱਚ। ਤਾਂ ਹੀ ਫਿਰ ਸੰਗਤ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ। ਹਾਂਜੀ, ਮਨ ਨਿਰਮਲ ਹੋ ਗਿਆ। ਨਿਰਮਲ ਕਿਵੇਂ ਹੋ ਗਿਆ? ਪ੍ਰੇਮ ਨੇ ਕਰ ਦਿੱਤਾ। ਜੇ ਪ੍ਰੇਮ ਹੈ ਤੇ ਚੱਲ ਕੇ ਆਉਂਦਾ ਹੈ ਬੰਦਾ ਸੰਗਤ ਦੇ ਵਿੱਚ। ਜੇ ਪ੍ਰੇਮ ਹੈ ਤੇ ਭਾਂਡੇ ਮਾਂਜਦਾ ਲੰਗਰਾਂ ਦੇ। ਜੇ ਪ੍ਰੇਮ ਹੈ ਝਾੜੂ ਮਾਰਦਾ। ਜੇ ਪ੍ਰੇਮ ਹੈ ਗੁਰੂ ਮਹਾਂਪੁਰਖਾਂ ਦੇ ਬਚਨ ਸੁਣਦਾ। ਜੇ ਪ੍ਰੇਮ ਨਹੀਂ ਤੇ ਗੁਰੂ ਘਰ ਚੱਲ ਕੇ ਆਇਆ ਵੀ ਨਹੀਂ ਜਾਂਦਾ, ਭਾਵੇਂ ਕੰਧ ਦੇ ਨਾਲ ਹੀ ਕੰਧ ਸਾਂਝੀ ਕਿਉਂ ਨਾ ਹੋਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰੇਮ ਦੀ ਖੇਡ ਹੈ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਹਰ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਹਰ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਨੀਰ ਵਰਗਾ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਿਆ ਰੱਬ ਫਿਰਦਾ। ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਪਿੱਛੇ ਲੱਗਾ ਜੀ 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 ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ, ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ। ਮਨ ਗੰਗਾ ਦੇ ਨੀਰ ਵਰਗਾ ਹੋ ਗਿਆ, ਪਿੱਛੇ ਲੱਗਾ ਰੱਬ ਫਿਰਦਾ।
ਨੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ। ਕਹਿਤ ਕਬੀਰ ਕਬੀਰ। ਪ੍ਰੇਮ ਕਰਕੇ, ਜੇ ਪ੍ਰੇਮ ਹੈ ਤੇ ਗੁਰੂ ਘਰ ਆ ਗਿਆ, ਬਾਣੀ ਸਰਵਣ ਕੀਤੀ ਤੇ ਕੰਨਾਂ ਨੇ ਅੱਖਾਂ ਨੂੰ ਦੱਸਿਆ, ਅੱਖਾਂ ਨੇ ਗੁਰੂ ਸਰੂਪ ਦੇ ਦਰਸ਼ਨ ਕੀਤੇ ਤੇ ਗੱਲ ਬਣ ਗਈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਜੀ, ਸੰਗਤ ਦੇ ਵਿੱਚ ਤਾਂ ਕਰਕੇ ਬਾਰ-ਬਾਰ ਸਿਮਰਤੀ ਤੋਂ ਸ਼ਬਦ ਬਣਿਆ ਸੰਗਤ। ਸਿਮਰਤੀ ਹਿੰਦੀ ਦਾ ਲਫ਼ਜ਼ ਹੈ, ਪੰਜਾਬੀ ਦੇ ਵਿੱਚ ਅਨੁਵਾਦ ਕਰ ਲਓ ਤੇ ਸੰਗਤ ਕਹਿ ਦਿੰਦੇ ਨੇ। ਔਰ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਿਤ ਉਦਾਰੇ। ਸੰਗਤ ਕੀਤੀ ਸੱਜਣ ਠੱਗ ਨੇ, ਸੰਤ ਬਣ ਗਿਆ। ਸੰਗਤ ਕੀਤੀ ਭੂਮੀਆਂ ਚੋਰ ਨੇ, ਸੰਤ ਬਣ ਗਿਆ। ਸੰਗਤ ਕੀਤੀ ਕੌਡੇ ਰਾਖਸ਼ ਨੇ, ਸੰਤ ਬਣ ਗਿਆ। ਸੰਗਤ ਕੀਤੀ ਵਿਧੀ ਚੰਦ ਨੇ, ਬ੍ਰਹਮ ਗਿਆਨੀ ਮਹਾਂਪੁਰਖ ਬਣ ਗਿਆ। ਸੰਗਤ ਕੀਤੀ ਭਾਈ ਲੱਖੂ ਧਾੜਵੀ ਨੇ, ਬ੍ਰਹਮ ਗਿਆਨੀ ਮਹਾਂਪੁਰਖ ਬਣ ਗਿਆ। ਔਰ ਸੰਗਤ ਦੇ ਵਿੱਚ ਆ ਕਰਕੇ ਪ੍ਰੇਮ ਪੈਦਾ ਹੁੰਦਾ ਹੈ। ਗੁਰੂ ਦੇ ਨਾਲ ਸਾਂਝ ਕਿਵੇਂ ਪੈਂਦੀ ਹੈ? ਸੰਗਤ ਜੀ, ਸਾਡੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਅਸੀਂ ਸਾਰੇ ਗ੍ਰਸਤੀ ਹਾਂ। ਵੱਡੀਆਂ ਵੱਡੀਆਂ ਕਈ ਵਾਰੀ ਮੁਸ਼ਕਲਾਂ, ਕਈ ਵਾਰੀ ਕੋਈ ਵਿਘਨ ਸਾਡੇ ਕੰਮ ਦੇ ਵਿੱਚ, ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ। ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ, ਮੁਸ਼ਕਲਾਂ ਆਉਂਦੀਆਂ ਨੇ। ਸਭ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਗੁਰੂ ਕੀ ਸੰਗਤ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਦੇ ਵਿੱਚੋਂ ਰਾਹ ਲੱਭਦਾ ਹੈ, ਸੰਗਤ ਦੇ ਵਿੱਚੋਂ ਮਸਲੇ ਦਾ ਹੱਲ ਲੱਭਦਾ ਹੈ। ਸੰਗਤ ਦੇ ਵਿੱਚ ਆ ਕੇ ਪ੍ਰੇਮ ਪ੍ਰਗਟ ਹੁੰਦਾ ਹੈ। ਤੇ ਜਿੱਥੇ ਪ੍ਰੇਮ, ਜਦੋਂ ਗੁਰੂ ਦੇ ਨਾਲ ਸਾਂਝ ਪੈ ਗਈ ਤੇ ਫਿਰ ਸੰਗਤ ਜੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ। ਜਾਂ ਤੇਰਾ ਲਖਮੀ ਤੋਟਣਾ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਦੇ ਮੰਗੇ ਮੰਦਾ। ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਪ੍ਰੇਮ, ਆਤਮ ਸਮਰਪਣ, ਉਹਦੇ ਵਿੱਚ ਆਪਣੀ ਮੱਤ ਨਹੀਂ, ਗੁਰੂ ਦੀ ਮੱਤ। ਜਿੱਥੇ ਪ੍ਰੇਮ ਨਹੀਂ, ਉੱਥੇ ਬਣੇ ਹੋਏ ਕਾਰਜ ਵੀ ਵਿਗੜ ਜਾਂਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਗੁਰਸਿੱਖ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਇਆ। ਬਹੁਤ ਸੋਹਣੇ ਸ਼ਸਤਰ ਤਿਆਰ ਕੀਤੇ ਨੇ। ਉਹਦਾ ਨਾਮ ਹੈ ਭਾਈ ਲਾਲ ਚੰਦ। ਲੋਹਾਰ ਸੀ। ਮਨ ਦੇ ਵਿੱਚ ਸੋਚਿਆ, ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਦੇ ਨਾਲ ਬੜਾ ਪਿਆਰ ਕਰਦੇ ਨੇ। ਕਿਉਂ ਨਾ ਹੋਵੇ, ਮੈਂ ਵੀ ਮਹਾਰਾਜ ਦੀ ਖੁਸ਼ੀ ਲਵਾਂ, ਅਸੀਸ ਲਵਾਂ। ਸੱਚੇ ਪਾਤਸ਼ਾਹ ਜੀਆਂ ਨੂੰ ਆਪਣੇ ਹੱਥਾਂ ਦੇ ਨਾਲ ਸੋਹਣੇ ਸ਼ਸਤਰ ਬਣਾ ਕੇ ਭੇਟ ਕਰਾਂ। ਸੋ ਸੰਗਤ ਜੀ, ਇਹਨੇ ਇੱਕ ਨੇਜਾ ਤਿਆਰ ਕੀਤਾ। ਥੋੜੀ ਆਵਾਜ਼ ਵਧਾਓ ਜੀ, ਕਿਉਂ ਘੱਟ ਕਰ ਦਿੱਤੀ? ਇੱਕ ਨੇਜਾ ਤਿਆਰ ਕੀਤਾ, ਇੱਕ ਕਿਰਪਾਨ ਤਿਆਰ ਕੀਤੀ। ਇਹ ਸਾਊਂਡ ਵਾਲਿਆਂ ਨੂੰ ਨਾ ਆਦਤ ਹੁੰਦੀ ਹੈ ਵੀ ਜਦੋਂ ਇੱਕ ਵਾਰੀ ਚੱਲਦਾ ਰਹਿਣ ਦਿਓ, ਇਹ ਉਂਗਲਾਂ ਮਾਰੀ ਜਾਣਗੇ। ਕਦੀ ਥੱਲੇ ਕਰ ਦਿੱਤੀ ਆਵਾਜ਼, ਕਦੀ ਉੱਪਰ ਕਰ ਦਿੱਤੀ। ਬਈ ਤੁਸੀਂ ਟਿਕ ਕੇ ਬਹਿ ਜਾਓ, ਇੱਕ ਜਗ੍ਹਾ ਸੈੱਟ ਹੋ ਗਿਆ। ਭਾਈ ਲਾਲ ਚੰਦ ਨੇ ਇੱਕ ਨੇਜਾ ਤਿਆਰ ਕੀਤਾ, ਇੱਕ ਸੋਹਣੀ ਕਿਰਪਾਨ ਤਿਆਰ ਕੀਤੀ, ਇੱਕ ਸੋਹਣੀ ਢਾਲ ਤਿਆਰ ਕੀਤੀ। ਲੈ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆ ਗਿਆ। ਸਭ ਸ਼ਸਤਰ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਰੱਖੇ। ਮਹਾਰਾਜ, ਤੁਹਾਡੀ ਮਿਹਰ ਦੇ ਨਾਲ, ਕਿਰਪਾ ਦੇ ਨਾਲ ਪਾਤਸ਼ਾਹ, ਮੈਂ ਆ ਸ਼ਸਤਰ ਤਿਆਰ ਕਰਕੇ ਲੈ ਕੇ ਆਇਆ। ਹੁਣ ਸੰਗਤ ਜੀ, ਮਹਾਰਾਜ ਸਾਹਿਬ ਸ਼ਸਤਰਾਂ ਨਾਲ ਪਿਆਰ ਬੜਾ ਕਰਦੇ ਸਨ। ਨੇਜਾ ਗੁਰੂ ਸਾਹਿਬ ਜੀ ਨੇ ਦੇਖਿਆ, ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਸੀ। ਔਰ ਮਹਾਰਾਜ ਸਾਹਿਬ ਜੀਆਂ ਨੇ ਇਹ ਨੇਜਾ ਭਾਈ ਮਾਨ ਸਿੰਘ ਜੀ ਨੂੰ ਦੇ ਦਿੱਤਾ। ਕਹਿੰਦੇ, ਲਓ ਭਾਈ ਮਾਨ ਸਿੰਘ ਜੀ, ਇਹ ਤੁਹਾਨੂੰ ਗਿਫਟ ਹੋਇਆ। ਨਮਸਕਾਰ ਕੀਤੀ, ਉਹ ਗਿਫਟ ਪ੍ਰਵਾਨ ਕਰ ਲਿਆ ਭਾਈ ਮਾਨ ਸਿੰਘ ਸਾਹਿਬ ਨੇ। ਕਿਰਪਾਨ ਮਿਆਨ ਦੇ ਵਿੱਚੋਂ ਕੱਢੀ। ਮਹਾਰਾਜ ਸਾਹਿਬ ਜੀਆਂ ਨੇ ਦੇਖਿਆ ਕਿ ਸ਼ਸਤਰ ਬਹੁਤ ਸੋਹਣਾ ਹੈ। ਇਹ ਵੀ ਉਹ ਮਹਾਰਾਜ ਜੀਆਂ ਨੇ ਭਾਈ ਆਲਮ ਸਿੰਘ ਜੀ ਨੂੰ ਕਿਰਪਾਨ ਦੇ ਦਿੱਤੀ, ਜਿਹੜੇ ਮਹਾਰਾਜ ਸਾਹਿਬ ਜੀਆਂ ਦੇ ਨਾਲ ਰਹਿੰਦੇ ਸਨ। ਗੜਵਈ ਸੀ, ਚੌਰ ਦੀ ਵੀ ਸੇਵਾ ਕਰ ਲੈਂਦੇ ਸਨ, ਡਾਇਰੀ ਵੀ ਲਿਖ ਲੈਂਦੇ ਸਨ।
ਮਹਾਰਾਜ ਜੀ ਨੇ ਕਿਰਪਾਨ ਭਾਈ ਆਲਮ ਸਿੰਘ ਜੀ ਨੂੰ ਦੇ ਦਿੱਤੀ। ਔਰ ਜਦੋਂ ਤੀਸਰੇ ਨੰਬਰ ਤੇ ਉਹਨੇ ਢਾਲ ਦਿੱਤੀ, ਮਹਾਰਾਜ ਆ ਦੇਖੋ ਕਿੰਨੀ ਸੁੰਦਰ ਅਤੇ ਸੋਹਣੀ ਤਿਆਰ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਢਾਲ ਪਕੜੀ ਹੋਈ ਹੈ ਔਰ ਆਪਣੇ ਪੱਥੇ ਦੇ ਵਿੱਚੋਂ ਇੱਕ ਸਵਰਨਮੁਖੀ ਕੱਢਿਆ ਤੀਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿੰਨੇ ਤੀਰ ਸਨ, ਤੀਰਾਂ ਦੇ ਅੱਗੇ ਸਵਾ ਤੋਲਾ ਸੋਨਾ ਜੜਿਆ ਹੋਇਆ ਹੁੰਦਾ ਸੀ। ਮਹਾਰਾਜ ਸਾਹਿਬ ਤੀਰ ਦੀ ਨੋਕ ਦੇ ਨਾਲ ਟਣਕਾ ਟਣਕਾ ਕੇ ਦੇਖ ਰਹੇ ਨੇ, ਢਾਲ ਨੂੰ ਖੜਕਾ ਕੇ ਦੇਖ ਰਹੇ ਨੇ, ਕਿਉਂਕਿ ਜਿਹੜੀ ਪਿਓਰ ਹੈ ਉਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ। ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਭਾਈ ਲਾਲ ਚੰਦ ਬਹੁਤ ਸੋਹਣੇ ਸ਼ਸਤਰ ਤਿਆਰ ਕੀਤੇ ਨੇ ਬਈ, ਕਮਾਲ ਦੀ ਚੀਜ਼ ਹੈ। ਢਾਲ ਤੇ ਕਿਆ ਬਾਤ ਹੈ, ਬਹੁਤ ਮਿਹਨਤ ਕੀਤੀ ਹੋਈ ਹੈ ਤੂੰ ਢਾਲ ਤੇ। ਸੰਗਤ ਜੀ ਜਦੋਂ ਮਹਾਰਾਜ ਨੇ ਇੰਨਾ ਬਚਨ ਕੀਤਾ, ਹਉਮੈ ਜਾਗ ਪਈ ਭਾਈ ਲਾਲ ਚੰਦ ਦੇ ਅੰਦਰ, ਹੰਕਾਰ ਆ ਗਿਆ। ਕਹਿੰਦਾ ਮਹਾਰਾਜ ਇਹ ਤੇ ਕੁਛ ਵੀ ਨਹੀਂ, ਇਸ ਢਾਲ ਦੇ ਵਿੱਚ ਸਿਫਤਾਂ ਬੜੀਆਂ ਨੇ, ਮੈਨੂੰ ਇੰਨਾ ਸਵਾਰਿਆ ਹੋਇਆ ਆਪਣੇ ਹੱਥਾਂ ਦੇ ਨਾਲ। ਮਹਾਰਾਜ ਇਹਦੀਆਂ ਸਿਫਤਾਂ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਭਾਈ ਬੱਚਿਆਂ ਨੂੰ ਚੁੱਪ ਕਰਾਇਓ, ਬੇਨਤੀ ਹੈ। ਮਹਾਰਾਜ ਕਹਿੰਦੇ ਅੱਛਾ ਕੀ ਸਿਫਤਾਂ ਨੇ? ਸੱਚੇ ਪਾਤਸ਼ਾਹ ਇਹਦੇ ਤੇ ਨੇਜੇ ਦਾ ਵਾਰ ਕੀਤਾ ਜਾਵੇ, ਨੇਜਾ ਟੁੱਟ ਜਾਵੇਗਾ, ਅੱਗੋਂ ਭਾਲਾ ਟੁੱਟ ਜਾਵੇਗਾ, ਪਰ ਇਹਦੇ ਤੇ ਖਰਾਸ ਵੀ ਨਹੀਂ ਆਏਗੀ, ਖਰੋਚ ਵੀ ਨਹੀਂ ਆਏਗੀ। ਅੱਛਾ ਇਸ ਢਾਲ ਤੇ ਕਿਰਪਾਨ ਦਾ ਵਾਰ ਕੀਤਾ ਜਾਵੇ, ਤਿੱਖੇ ਤੋਂ ਤਿੱਖੇ ਸ਼ਸਤਰ ਦਾ ਵਾਰ ਕੀਤਾ ਜਾਵੇ, ਇਹਦੇ ਤੇ ਕੋਈ ਅਸਰ ਨਹੀਂ ਹੋਵੇਗਾ। ਔਰ ਇੰਨੀ ਮਿਹਨਤ ਦੇ ਨਾਲ ਇੰਨਾ ਲੋਹਾ ਜਿਹੜਾ ਵਾ ਕੁੱਟ ਕੁੱਟ ਕੇ ਸਵਾਰ ਕੇ ਇਹ ਚੀਜ਼ ਤਿਆਰ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਵਾਹ ਕੀ ਬਾਤ ਹੈ। ਸੱਚੇ ਪਾਤਸ਼ਾਹ ਹੁਣ ਸੰਗਤ ਜੀ ਜਦੋਂ ਹੰਕਾਰ ਆ ਗਿਆ, ਮੱਤ ਪੁੱਠੀ ਪੈ ਗਈ, ਭੈਣਾਂ ਨੂੰ ਬੇਨਤੀ ਹੈ ਕਿ ਮੈਂ ਸਮਾਪਤੀ ਕਰ ਦਿੰਦਾ। ਮੇਰਾ ਸੁਭਾਅ ਨਹੀਂ ਤੇ ਮੈਂ ਸਾਊਂਡ ਵਾਲੇ ਨੂੰ ਕਹਿਣਾ ਹੁੰਦਾ ਕਿ ਇੱਕ ਮੈਕ ਪਿੱਛੇ ਦੇ ਦਿਓ ਭੈਣਾਂ ਨੂੰ। ਤੁਹਾਨੂੰ ਤੁਸੀਂ ਬਿਨਾਂ ਸਪੀਕਰ ਤੋਂ, ਮਾਈਕ ਤੋਂ ਇੱਥੇ ਤੱਕ ਆਵਾਜ਼ ਆ ਰਹੀ ਤੁਹਾਡੀ। ਵਾਹ ਜੀ ਵਾਹ ਕੀ ਬਾਤ ਹੈ। ਭੈਣੋ ਸੰਗਤ ਕਰਨ ਆਏ ਹੋ ਤੁਸੀਂ, ਗੱਲਾਂ ਤੇ ਆਪਾਂ ਰੋਜ਼ ਕਰ ਲੈਂਦੇ ਆ, ਮੋਬਾਈਲਾਂ ਤੇ ਵੀ ਕਰ ਲੈਂਦੇ, ਇੱਕ ਦੂਜੇ ਦਾ ਹਾਲ ਚਾਲ ਪੁੱਛ ਲੈਂਦੇ। ਆ ਤੇ ਗੁਰੂ ਨਾਨਕ ਸਾਹਿਬ ਦਾ ਦਰਬਾਰ ਸੱਜਿਆ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦਾ। ਗੱਲ ਤੇ ਉਹ ਪ੍ਰੇਮ ਦੀ ਹੈ ਨਾ ਕਿ ਅੰਦਰ ਡਰ ਨਹੀਂ ਹੈਗਾ ਸਾਡੇ। ਗੁਰੂ ਦੀ ਬਖਸ਼ਿਸ਼ ਅੱਜ ਅਸੀਂ ਕਹਿੰਦੇ ਆ, ਹੁਣ ਤੁਸੀਂ ਰੌਲਾ ਪਾਈ ਜਾਂਦੇ ਹੋ। ਮਹਾਂਪੁਰਖ ਵੀ ਕਿੱਥੋਂ ਦੂਰੋਂ ਚੱਲ ਕੇ ਆਏ ਆ। ਜਦੋਂ ਤੁਸੀਂ ਮੇਰੇ ਕੋਲ ਵੀ ਆ ਕੇ ਗੱਲ ਕਰਦੇ ਹੋ ਤੇ ਫਿਰ ਆਪਣੇ ਘਰ ਦੀਆਂ ਪਰੇਸ਼ਾਨੀਆਂ ਦੱਸਦੇ ਹੋ, ਪਰ ਉਹ ਪਰੇਸ਼ਾਨੀਆਂ ਆਉਂਦੀਆਂ ਕਿੱਥੋਂ ਨੇ? ਸੰਗਤ ਵੀ ਤੁਸੀਂ ਕਰਦੇ ਹੋ, ਬਹੁਤ ਸੇਵਾ ਕਰਦੇ ਹੋ, ਪਰੇਸ਼ਾਨੀਆਂ ਆਉਂਦੀਆਂ ਕਿੱਥੋਂ ਨੇ? ਸੰਗਤ ਦੇ ਵਿੱਚ ਆ ਕੇ ਸਾਨੂੰ ਬੈਠਣ ਦਾ ਤਰੀਕਾ ਭੁੱਲ ਗਿਆ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੇ ਸਖਤ ਬਚਨ ਕੀਤੇ ਸਨ ਕਿ ਸੰਗਤ ਕਰਤ ਜੋ ਬਾਤ ਚਲਾਵੇ, ਕਹੇ ਨੰਦ ਲਾਲ ਧੱਕੈ ਜਮ ਖਾਵੇ। ਸੰਗਤ ਜੀ ਆ ਇੱਕ ਘੜੀ ਦੋ ਘੜੀਆਂ ਬਹਿ ਕੇ ਸੁਣ ਲਿਆ ਕਰੀਏ। ਸੁਣਨ ਦੇ ਨਾਲ ਪ੍ਰੇਮ ਪ੍ਰਗਟ ਹੁੰਦਾ। ਜਿਉਂ-ਜਿਉਂ ਸੁਣਾਂਗੇ ਤਿਸ ਕੀ ਗਤ ਹੋਵੇ, ਸਾਡੇ ਵਿਘਨਾਂ ਦਾ ਨਾਸ, ਸਾਡੇ ਪਰੇਸ਼ਾਨੀਆਂ ਦਾ ਨਾਸ। ਸੰਗਤ ਕਰਦਿਆਂ ਕਰਦਿਆਂ ਸੁਣ ਕੇ ਜਦੋਂ ਅਸੀਂ ਘਰ ਜਾਣਾ ਹੈ, ਇਹਦਾ ਇੰਨਾ ਪ੍ਰਤਾਪ ਹੁੰਦਾ, ਸਾਡੇ ਕਰੋੜਾਂ ਵਿਘਨ ਦੂਰ ਹੋ ਜਾਂਦੇ ਨੇ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਭੈਣੋ ਗੁੱਸਾ ਨਾ ਕਰਿਆ ਕਰੋ। ਫਿਰ ਕਈਆਂ ਦਾ ਸੁਭਾਅ ਹੁੰਦਾ, ਜਿਨ੍ਹਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਨਾ, ਉਹ ਪਿੱਛੇ ਬਹਿ ਜਾਂਦੇ ਨੇ। ਪਰ ਇੱਥੇ ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਇੱਥੇ ਕੋਈ ਸ਼ੋਅ ਨਹੀਂ ਚੱਲ ਰਿਹਾ, ਕੋਈ ਗਾਉਣ ਵਜਾਉਣ ਦਾ ਕੰਮ ਹੋ ਰਿਹਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਹੋਈ। ਸੰਗਤ ਜੀ ਤੇ ਮੇਘ ਦੀ ਵਰਖਾ ਹੋ ਰਹੀ ਹੈ, ਸਾਡੇ ਕਰੋੜਾਂ ਵਿਘਨਾਂ ਦਾ ਨਾਸ ਹੁੰਦਾ ਹੈ, ਸਾਡੀਆਂ ਪਰੇਸ਼ਾਨੀਆਂ ਦਾ ਨਾਸ ਹੁੰਦਾ। ਸੰਗਤ ਦੇ ਵਿੱਚ ਆ ਕੇ ਬਚਨ ਸੁਣ ਕੇ ਬਸ ਬੈਠ ਕੇ ਸੁਣਨਾ ਹੀ ਹੁੰਦਾ ਹੈ, ਔਰ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ।
ਔਰ ਗੁਰੂ ਦੇ ਕੋਲ ਅਸੀਸ ਲੈਣੀ ਹੁੰਦੀ ਹੈ, ਕਿਉਂਕਿ ਗੁਰੂ ਦਾ ਦਰਬਾਰ ਸੱਜਿਆ ਹੋਇਆ ਹੈ। ਅਸੀਸ ਲਿਆ ਕਰੋ ਕਿ ਮਹਾਰਾਜ ਸਾਨੂੰ ਬਾਣੀ ਪੜ੍ਹਨ ਦਾ ਵੱਲ ਨਹੀਂ, ਸਾਨੂੰ ਸੇਵਾ ਕਰਨ ਦਾ ਵੱਲ ਨਹੀਂ, ਅਸੀਂ ਅਣਜਾਣ ਹਾਂ, ਫਿਰ ਵੀ ਤੁਹਾਡੀ ਸੰਗਤ 'ਚ ਬੈਠੇ ਆ, ਮਹਾਰਾਜ ਕਿਰਪਾ ਕਰਿਓ। ਅਸੀਸ ਲੈ ਕੇ ਜਾਇਆ ਕਰੋ, ਚੁੱਪ ਕਰਕੇ ਅਰਦਾਸ ਹੀ ਕਰਦੇ ਰਿਹਾ ਕਰੋ, ਮਹਾਰਾਜ ਸਾਡੇ ਬੱਚਿਆਂ ਨੂੰ ਵਿਦਿਆ ਦਾ ਦਾਨ ਦਿਓ, ਸਾਡੇ ਘਰ 'ਚ ਬਰਕਤਾਂ ਰਹਿਣ, ਅਸੀਸ ਰੱਖਿਓ, ਪਿਆਰ ਦਿਓ ਸਾਨੂੰ, ਇਹ ਦਾਤ ਮੰਗਿਆ ਕਰੋ। ਗੱਲਾਂ ਤੇ ਆਪਾਂ ਘਰਾਂ ਦੇ ਵਿੱਚ ਵੀ ਕਰਦੇ ਹਾਂ, ਜੇ ਇੱਥੇ ਆ ਕੇ ਵੀ ਗੱਲਾਂ ਦੇ ਵਿੱਚ ਹੀ ਸਮਾਂ ਗੁਜ਼ਾਰ ਲਿਆ ਤੇ ਕੀ ਫਾਇਦਾ ਆਉਣ ਦਾ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਸੰਭਾਲਿਆ ਕਰੋ ਸਮਾਂ ਭੈਣੋ, ਬੇਨਤੀ ਹੈ, ਸਮਾਂ ਸੰਭਾਲਿਆ ਕਰੋ। ਭਾਈ ਨੰਦ ਲਾਲ, ਭਾਈ ਲਾਲ ਚੰਦ ਨੂੰ ਹੰਕਾਰ ਹੋ ਗਿਆ, ਕਹਿੰਦੇ ਮਹਾਰਾਜ ਇਹਨੂੰ ਮੇਰੇ ਹੱਥ ਲੱਗੇ ਨੇ ਲਾਲ ਚੰਦ ਦੇ, ਮਹਾਰਾਜ ਇਹਦੇ ਤੇ ਗੋਲੀ ਵੀ ਅਸਰ ਨਹੀਂ ਕਰੇਗੀ। ਗੱਜ ਕੇ ਆਖੋ ਸਤਿਨਾਮ। ਬੰਦੂਕ ਦਾ ਵਾਰ, ਕਿੰਨੀ ਤੋਂ ਕਿੰਨੀ ਜ਼ਬਰਦਸਤ ਬੰਦੂਕ ਬਰੂਦ ਪਾ ਕੇ ਗੋਲੀ ਚਲਾ ਦਿਓ, ਮਹਾਰਾਜ ਇਸ ਢਾਲ ਤੇ ਅਸਰ ਨਹੀਂ ਕਰੇਗੀ। ਕਲਗੀਧਰ ਸਾਹਿਬ ਕਹਿੰਦੇ ਲਾਲ ਚੰਦਾ ਗੋਲੀ ਦਾ ਤੇ ਢਾਲ ਦਾ ਕੀ ਮੇਲ, ਵੱਡੇ ਤੋਂ ਵੱਡਾ ਸ਼ਸਤਰ ਹੁੰਦਾ ਹੈ। ਠੀਕ ਹੈ, ਮੰਨਿਆ ਕਿਰਪਾਨ ਦਾ ਵਾਰ ਚੱਲ ਜਾਏਗੀ, ਨੇਜੇ ਦਾ ਵਾਰ ਚੱਲ ਜਾਏਗੀ, ਤਿੱਖੇ ਤੋਂ ਤਿੱਖਾ ਸ਼ਸਤਰ ਵੀ ਇੱਥੇ ਖਰੋਚ ਤੱਕ ਨਹੀਂ ਲਿਆ ਸਕਦਾ, ਪਰ ਗੋਲੀ ਕਿਤੇ ਨਾ ਕਿਤੇ ਤੇ ਵੱਜੀ ਹੋਈ, ਆਪ ਜੀ ਨੂੰ ਪਤਾ ਹੀ ਹੈ ਕਿ ਜਿਹਦਾ ਜਾੜਾ ਤਗੜਾ ਸ਼ਸਤਰ ਹੁੰਦਾ ਹੈ ਉਹ ਆਰ ਪਾਰ ਵੀ ਹੋ ਜਾਂਦਾ ਹੈ। ਨਹੀਂ ਮਹਾਰਾਜ ਇਸ ਨੂੰ ਲਾਲ ਚੰਦ ਦੇ ਹੱਥ ਲੱਗੇ ਨੇ। ਸੱਚੇ ਪਾਤਸ਼ਾਹ ਜੀ ਸਮਝ ਗਏ ਕਿ ਇਹਦੇ ਹੁਣ ਹਉਮੈ ਆ ਗਈ ਹੈ, ਇਹਦੇ ਅੰਦਰ ਮਾਣ ਆ ਗਿਆ, ਹੰਕਾਰ ਹੋ ਗਿਆ ਹੈ। ਔਰ ਸੰਗਤ ਜੀ ਬਚਨ ਕਰਦਿਆਂ ਕਰਦਿਆਂ ਕਹਿੰਦੇ ਮਹਾਰਾਜ ਜੇ ਨਹੀਂ ਯਕੀਨ ਤੇ ਪਰਖ ਕਰ ਸਕਦੇ ਹੋ। ਗੱਜ ਕੇ ਆਖੋ ਸਤਿਨਾਮ। ਕਰ ਲੋ ਪਰਖ ਮਹਾਰਾਜ, ਮੇਰੀ ਢਾਲ ਦੀ, ਇਹਨੂੰ ਮੇਰੇ ਹੱਥ ਲੱਗੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਠੀਕ ਹੈ ਫਿਰ ਲਾਲ ਚੰਦ ਜੀ, ਆ ਲਓ ਵਾਪਸ ਲੈ ਜਾਓ ਢਾਲ, ਸ਼ਾਮ ਦੇ ਦੀਵਾਨ ਦੇ ਵਿੱਚ ਲੈ ਕੇ ਆਓ, ਤੁਹਾਡੀ ਢਾਲ ਦੀ ਪਰਖ ਕਰਾਂਗੇ, ਬੰਦੂਕ ਸਾਡੀ ਹੋਵੇਗੀ ਤੇ ਢਾਲ ਤੁਹਾਡੀ ਹੋਵੇਗੀ। ਗੱਜ ਕੇ ਆਖੋ ਸਤਿਨਾਮ। ਮਹਾਰਾਜ ਨੇ ਵਾਪਸ ਦੇ ਦਿੱਤੀ ਢਾਲ, ਔਰ ਇਹਨੂੰ ਜਦੋਂ ਢਾਲ ਵਾਪਸ ਮਿਲੀ, ਨਾਲ ਦੇ ਗੁਰਸਿੱਖਾਂ ਨੇ ਕਿਹਾ ਲਾਲ ਚੰਦ ਇਹ ਕੀ ਕਰ ਦਿੱਤਾ ਤੂੰ? ਕਹਿੰਦੇ ਕੀ ਹੋਇਆ? ਕਹਿੰਦੇ ਗੁਰੂ ਸਾਹਿਬ ਦੇ ਸਾਹਮਣੇ ਬਚਨ ਕਰ ਦਿੱਤਾ ਕਿ ਮਹਾਰਾਜ ਪਰਖ ਕਰ ਲਓ, ਜਾਣਦਾ ਨਹੀਂ ਸਤਿਗੁਰੂ ਕੌਣ ਨੇ। ਤੂੰ ਇੱਕ ਲੋਹੇ ਤੇ ਇੱਕ ਢਾਲ ਦੇ ਉੱਪਰ ਮਾਣ ਕਰ ਲਿਆ, ਹੰਕਾਰ ਕਰ ਲਿਆ। ਮਤ ਥੋੜੀ ਸੇਵ ਗਵਾਈ ਹੈ। ਸੰਗਤ ਜੀ ਕਈ ਵਾਰੀ ਅਸੀਂ ਵੱਡੀ ਸੇਵਾ ਵੀ ਕਰਦੇ ਹਾਂ, ਵੱਡੀਆਂ ਵੱਡੀਆਂ ਸੇਵਾਵਾਂ ਕਰਦੇ ਹਾਂ, ਪਰ ਅੰਤ ਵੇਲੇ ਥੋੜੀ ਮਤ ਕਰਕੇ ਸਾਰੀ ਕੀਤੀ ਹੋਈ ਸੇਵਾ ਗਵਾ ਲੈਂਦੇ ਆ। ਗੱਜ ਕੇ ਆਖੋ ਸਤਿਨਾਮ। ਅਣਜਾਣ ਪੁਣੇ ਦੇ ਵਿੱਚ ਵੀ ਕੀਤੀ ਹੋਈ ਸੇਵਾ ਗਵਾ ਲੈਂਦੇ ਹੋ। ਕਹਿੰਦੇ ਲਾਲ ਚੰਦ ਤੂੰ ਸੇਵਾ ਗਵਾ ਲਈ ਆਪਣੀ, ਤੂੰ ਬੜੀ ਮਿਹਨਤ ਦੇ ਨਾਲ ਸ਼ਸਤਰ ਲੈ ਕੇ ਆਇਆ, ਗੁਰੂ ਸਾਹਿਬ ਨੂੰ ਭੇਟਾ ਕੀਤੇ, ਮਹਾਰਾਜ ਨੇ ਪ੍ਰਵਾਨ ਕਰ ਲਏ, ਪਰ ਤੂੰ ਚੁੱਪ ਰਹਿੰਦਾ, ਤੂੰ ਹੰਕਾਰ ਵਸ ਹੋ ਕੇ ਕਿਹਾ ਮਹਾਰਾਜ ਕਰ ਲੋ ਪਰਖ ਤੁਸੀਂ। ਹੁਣ ਪਾਤਸ਼ਾਹ ਜੀ ਨੇ ਕਿਹਾ ਕਿ ਬੰਦੂਕ ਸਾਡੀ ਹੋਵੇਗੀ, ਢਾਲ ਤੇਰੀ, ਔਰ ਗੁਰੂ ਦੇ ਵਿੱਚ ਕਿਹੜੀ ਤਾਕਤ ਨਹੀਂ ਹੈ। ਤੂੰ ਗੁਰੂ ਸਾਹਿਬ ਨੂੰ ਚੈਲੰਜ ਕਰ ਆਇਆ। ਜਦੋਂ ਇਹਨੂੰ ਸਮਝ ਆਈ ਕਹਿੰਦੇ ਹੁਣ ਤੇ ਬੜੀ ਵੱਡੀ ਗਲਤੀ ਹੋ ਗਈ, ਕੀ ਕੀਤਾ ਜਾਵੇ। ਵਾਪਸ ਆਇਆ ਆਪਣੇ ਤੰਬੂ ਦੇ ਵਿੱਚ, ਬੜਾ ਡਰਿਆ ਸਹਿਮਿਆ ਹੋਇਆ ਕਿ ਮੇਰੀ ਹੁਣ ਬੜੀ ਬੇਇੱਜ਼ਤੀ ਹੋਣੀ ਹੈ। ਕਿੰਨੀ ਸੰਗਤ ਦੂਰ ਦੂਰ ਤੋਂ ਆਈ ਹੈ, ਗੁਰਸਿੱਖ ਆਏ ਨੇ, ਤੇ ਮਹਾਰਾਜ ਸਾਹਿਬ ਜੀ ਨੇ ਤੇ ਬੰਦੂਕ ਦੀ ਗੱਲ ਛੱਡੋ, ਸਤਿਗੁਰੂ ਜੀ ਦੀ ਤਾਂ ਨਿਗਾਹ ਦੇ ਵਿੱਚ ਇੰਨੀ ਤਾਕਤ ਆ ਵੀ ਲੋਹੇ ਨੂੰ ਪਾੜ ਦੇਣ। ਗੱਜ ਕੇ ਆਖੋ ਸਤਿਨਾਮ। ਹੁਣ ਮੈਂ ਕੀ ਕਰਾਂ? ਸੰਗਤ ਜੀ ਫਿਰ ਗੁਰਸਿੱਖਾਂ ਨੇ ਕਿਹਾ ਕਿ ਲਾਲ ਚੰਦ ਹੁਣ ਇੱਕੋ ਹੀ ਤਰੀਕਾ ਹੈ, ਗੁਰਸਿੱਖਾਂ ਦੇ ਵਿੱਚ ਸਤਿਗੁਰੂ ਆਪ ਵਰਤਦੇ ਨੇ। ਗੱਜ ਕੇ ਆਖੋ ਸਤਿਨਾਮ। ਗੁਰਸਿੱਖਾਂ ਦੇ ਵਿੱਚ ਸਤਿਗੁਰੂ ਆਪ ਵਰਤਦੇ ਨੇ। 5 ਸਿੰਘਾਂ ਨੂੰ ਆਪਣੇ ਘਰੇ ਬੁਲਾ, ਪ੍ਰਸ਼ਾਦਾ ਤਿਆਰ ਕਰ ਭਾਵਨਾ ਦੇ ਨਾਲ, 5 ਸਿੰਘਾਂ ਦੀ ਸੇਵਾ ਕਰ, ਲੰਗਰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰ ਕਿ ਮਹਾਰਾਜ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ, ਮੇਰੀ ਲਾਜ ਰੱਖ ਲਿਓ, ਮੇਰੀ ਪੈਜ ਰੱਖ ਲਿਓ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਇਹ ਮਹਾਰਾਜ ਦਾ ਬਚਨ ਹੈ। ਤੇ ਜਿੱਥੇ 5 ਆ ਗਏ, 5 'ਚ ਪਰਮੇਸ਼ਰ ਹੈ।
ਸਤ ਵਚਨ ਜੀ। ਇਵੇਂ ਹੀ ਕੀਤਾ ਭਾਈ ਲਾਲ ਚੰਦ ਨੇ। ਪ੍ਰਸ਼ਾਦਾ ਪਾਣੀ ਤਿਆਰ ਕਰਵਾਇਆ, ਪਰਿਵਾਰ ਨੇ ਤਿਆਰ ਕੀਤਾ, ਵਿਛਾਉਣੇ ਵਿਛਾਏ, 5 ਗੁਰਸਿੱਖਾਂ ਨੂੰ ਬਿਠਾ ਕੇ ਤੇ ਲੰਗਰ ਪ੍ਰਸ਼ਾਦਾ ਛਕਾਇਆ। ਲੰਗਰ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਾਈ ਹੈ ਗੁਰਸਿੱਖਾਂ ਕੋਲੋਂ। ਕਹਿੰਦੇ ਮੇਰੇ ਕੋ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੈਲੰਜ ਕਰ ਆਇਆ, ਪਰ ਉਧਰ ਗੁਰੂ ਹੈ, ਇੱਧਰ ਸੇਵਕ ਹੈ ਸੰਗਤ। ਪਰ ਹੁਣ ਦੇਖੋ ਹੰਕਾਰ ਵਸ ਹੋ ਕੇ ਬੋਲ ਤੇ ਬੋਲ ਲਏ, ਪਰ ਫਿਰ ਉਹ ਸਮਝ ਆ ਗਈ ਵੀ ਨਹੀਂ ਇਹ ਗਲਤ ਹੋਇਆ, ਤੇ ਫਿਰ ਹੁਣ ਮਾਫੀ ਸੰਗਤ ਦੇ ਕੋਲੋਂ, ਗੁਰਸਿੱਖਾਂ ਦੇ ਕੋਲੋਂ ਮੰਗ ਰਿਹਾ ਵੀ ਮੇਰੀ ਅਰਦਾਸ ਕਰੋ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਕਿ ਮਹਾਰਾਜ ਭੁੱਲ ਹੋ ਗਈ ਹੈ, ਸ਼ਾਮ ਦੇ ਵੇਲੇ ਸ਼ਸਤਰ ਪਰਖਿਆ ਜਾਣਾ, ਕਿਰਪਾ ਕਰੋ ਮੇਰੀ ਲਾਜ ਰਹਿ ਜਾਵੇ, ਮੇਰੀ ਪੈਜ ਰੱਖ ਲੈਣ ਗੁਰੂ ਸਾਹਿਬ। ਮਹਾਰਾਜ ਭੁੱਲ ਹੋ ਗਈ ਹੈ, ਅਰਦਾਸਾ ਕਰੋ ਗੁਰਸਿੱਖੋ। ਹੁਣ ਲੰਗਰ ਪ੍ਰਸ਼ਾਦਾ ਛਕ ਕੇ ਗੁਰਸਿੱਖਾਂ ਨੇ ਅਰਦਾਸ ਬੇਨਤੀ ਕੀਤੀ ਕਲਗੀਧਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਾਈ ਧਿਆਏ, ਫਿਰ ਅੰਗਦ ਗੁਰ ਦੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ, ਘਰ ਨਾਉ ਨਿਧ ਆਵੈ ਸਭ ਥਾਈ। ਫਿਰ ਅੱਗੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਹੋ ਰਹੀ ਹੈ, ਮਹਾਰਾਜ ਜੀ ਕਿਰਪਾ ਕਰਿਓ, ਭਾਈ ਲਾਲ ਚੰਦ ਤੁਹਾਡਾ ਬੜਾ ਅਨਨ ਸੇਵਕ ਹੈ, ਬੜੀ ਸ਼ਰਧਾ ਵਾਲਾ ਗੁਰਸਿੱਖ ਹੈ, ਭਾਵਨਾ ਵਾਲਾ, ਪਰ ਮਹਾਰਾਜ ਹੰਕਾਰ ਆ ਗਿਆ, ਹਉਮੈ ਆ ਗਈ ਮਨ ਦੇ ਵਿੱਚ। ਹਉਮੈ ਵਸ ਹੋ ਕੇ ਮਹਾਰਾਜ ਤੁਹਾਨੂੰ ਚੈਲੰਜ ਕਰ ਬੈਠਾ ਹੈ, ਕਿਰਪਾ ਕਰਿਓ ਇਹਦੀ ਪੈਜ, ਇਹਦੀ ਇੱਜ਼ਤ ਰਹਿ ਜਾਵੇ ਸੱਚੇ ਪਾਤਸ਼ਾਹ। ਜੋ ਸ਼ਸਤਰ ਢਾਲ ਲੈ ਕੇ ਆਇਆ ਮਹਾਰਾਜ ਇਹਦੀ ਇੱਜ਼ਤ ਰਹਿ ਜਾਵੇ। 9 ਪਾਤਸ਼ਾਹੀਆਂ ਤੱਕ ਅਰਦਾਸ ਬੇਨਤੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੈਜ ਰੱਖਿਓ। ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਨਾਮ। ਓ ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਮਾਲਕਾ ਪੈਜ ਆਪਣੇ ਨਾਮ ਦੀ, ਰੱਖੀ ਮਾਲਕਾ ਪੈਜ ਆਪਣੇ। ਪੜੋ ਸੰਗਤ ਜੀ, ਬੋਲਿਆ ਕਰੋ ਨਾਲ। ਇਹ ਉਹ ਕੀਰਤਨ ਹੈ ਕਿ ਅੱਧਾ ਤੁਸੀਂ ਕਰਨਾ, ਅੱਧਾ ਦਾਸ ਨੇ ਕਰਨਾ। ਇਹ ਸੁਖੈਨ ਕੀਰਤਨ ਹੈ ਕਿ ਐਸਾ ਨਹੀਂ ਕਿ ਆਰਾਮ ਨਾਲ ਬੈਠੇ ਸੁਣੋ, ਜਦੋਂ ਵਾਰੀ ਆਉਂਦੀ ਧਾਰਨਾ 'ਚ ਬੋਲਣ ਦੀ। ਇਹ ਐਸਾ ਕੀਰਤਨ ਹੈ, ਸੁਖੈਨ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਇਹ ਪ੍ਰਚਲਿਤ ਕੀਤਾ ਕਿ ਸੰਗਤ ਵੀ ਰਲ ਕੇ ਸਾਰੇ ਜਾਣੇ ਕੀਰਤਨ ਆਪਾਂ ਕਰ ਸਕਦੇ ਹਾਂ। ਰਹੋ ਵਿਚਾਰ। ਅਰਦਾਸ ਹੋਈ, ਸ਼ਾਮ ਨੂੰ ਭਾਈ ਲਾਲ ਚੰਦ ਚਲਿਆ ਗਿਆ ਢਾਲ ਲੈ ਕੇ। ਮਹਾਰਾਜ ਕਹਿੰਦੇ ਤਿਆਰ ਹੈ? ਕਹਿੰਦੇ ਹਾਂ ਮਹਾਰਾਜ ਜੀ ਤਿਆਰ ਆ। ਸਿਰ ਨਵਾਇਆ ਸੱਚੇ ਪਾਤਸ਼ਾਹ ਜੀ, ਮਹਾਰਾਜ ਭੁੱਲ ਹੋ ਗਈ। ਗੁਰੂ ਸਾਹਿਬ ਕਹਿੰਦੇ ਨਹੀਂ ਕੋਈ ਗੱਲ ਨਹੀਂ, ਪਰਖ ਕਰਾਂਗੇ ਤੇਰੀ ਢਾਲ। ਖਲੋਤ। ਮਹਾਰਾਜ ਜੀ ਨੇ ਜਦੋਂ ਨਿਸ਼ਾਨਾ ਸਾਧਿਆ, ਉਹਦੇ ਵਿੱਚ ਬਰੂਦ ਪਾ ਕੇ, ਗੋਲੀ ਪਾਈ ਕੇ, ਰਾਈਫਲ ਮਹਾਰਾਜ ਸਾਹਿਬ ਜੀ ਦੇ ਹੱਥਾਂ ਦੇ ਵਿੱਚ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਸ਼ਾਨਾ ਸਾਧਿਆ ਢਾਲ ਤੇ, ਮਹਾਰਾਜ ਜੀ ਨਿਸ਼ਾਨਾ ਲਾ ਲਏ ਨੇ, ਪਰ ਘੋੜਾ ਨਹੀਂ ਦੱਬ ਰਹੇ, ਉਹਨੂੰ ਚਲਾ ਨਹੀਂ ਰਹੇ। 1 ਮਿੰਟ ਦੇ ਲਈ ਨਿਸ਼ਾਨਾ ਸਾਧਿਆ ਜਾਂਦਾ, ਫਿਰ ਰਾਈਫਲ ਜਿਹੜੀ ਆ ਨੀਵੀਂ ਕਰ ਲੈਂਦੇ। ਫਿਰ ਸੱਚੇ ਪਾਤਸ਼ਾਹ ਜੀ ਰਾਈਫਲ ਉੱਪਰ ਨੂੰ ਕਰਦੇ ਨੇ, ਨਿਸ਼ਾਨਾ ਸਾਧਦੇ ਨੇ, ਚਲਾਉਂਦੇ ਨਹੀਂ। ਭਾਈ ਆਲਮ ਸਿੰਘ ਸਾਹਿਬ ਕਹਿੰਦੇ ਮਹਾਰਾਜ ਢਾਲ ਵੀ ਸਾਹਮਣੇ ਆ, ਗੋਲੀ ਰਾਈਫਲ ਦੇ ਵਿੱਚ ਹੈ, ਚਲਾਓ ਮਹਾਰਾਜ, ਪਰਖ ਕਰੋ ਢਾਲ ਦੀ।
ਕਿਉਂ ਨਹੀਂ ਚਲਾਉਂਦੇ? ਮਹਾਰਾਜ ਕਹਿੰਦੇ ਆਲਮ ਸਿਆਂ ਲਾਲ ਚੰਦ ਨੂੰ ਕਿਸੇ ਗੁਰਸਿੱਖ ਨੇ ਜੁਗਤੀ ਦੱਸ ਦਿੱਤੀ ਹੈ, ਇਹਨੇ ਜੁਗਤੀ ਵਰਤ ਲਈ ਹੈ, ਇਹ ਮਜ਼ਬੂਤ ਹੋ ਕੇ ਆ ਗਿਆ ਹੈ। ਮਹਾਰਾਜ ਕਿਵੇਂ? ਕਹਿੰਦੇ ਜਦੋਂ ਅਸੀਂ ਅੱਗੇ ਢਾਲ ਤੇ ਨਿਸ਼ਾਨਾ ਲਾਉਣ ਲੱਗਦੇ ਆਂ, ਢਾਲ ਦੇ ਸਾਹਮਣੇ 9 ਜੋਤਾਂ ਆ ਕੇ ਖਲੋ ਜਾਂਦੀਆਂ ਨੇ, ਗੱਜ ਕੇ ਆਖੋ ਬੋਲੇ ਸੋ ਨਿਹਾਲ। ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਾਰੇ ਆ ਕੇ ਖਲੋ ਜਾਂਦੇ ਨੇ ਸਾਹਮਣੇ। ਇਹ ਅਰਦਾਸ ਕਰਵਾ ਕੇ ਆਇਆ ਗੁਰਸਿੱਖਾਂ ਕੋਲੋਂ, ਲੰਗਰ ਪ੍ਰਸ਼ਾਦਾ ਭਾਵਨਾ ਸਹਿਤ ਗੁਰਸਿੱਖਾਂ ਦੀ ਸੇਵਾ ਕੀਤੀ ਹੋਈ ਅਰਦਾਸ ਪ੍ਰਵਾਨ ਹੁੰਦੀ। ਮਹਾਰਾਜ ਕਹਿੰਦੇ ਲਾਲ ਚੰਦ ਸੱਚ ਦੱਸ ਕਿਹੜੀ ਜੁਗਤੀ ਵਰਤੀ? ਕਹਿੰਦੇ ਮਹਾਰਾਜ ਭੁੱਲ ਹੋ ਗਈ ਸੀ, ਮੈਂ ਅਣਜਾਣ ਪੁਣੇ 'ਚ ਤੁਹਾਨੂੰ ਚੈਲੰਜ ਕਰ ਬੈਠਾ, ਫਿਰ ਮੈਨੂੰ ਤੁਹਾਡੇ ਬਚਨ ਯਾਦ ਸੀ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ। ਮਹਾਰਾਜ ਤੁਸੀਂ ਆਪਣੇ ਪਿਆਰੇ ਸਿੰਘਾਂ ਦੇ ਵਿੱਚ, ਸੇਵਕਾਂ ਦੇ ਵਿੱਚ ਵਰਤਾਰਾ ਰੱਖਦੇ ਹੋ, ਇਸ ਕਰਕੇ ਮੈਂ ਆਪ ਜੀ ਦੇ ਪਿਆਰੇ ਸਿੰਘਾਂ ਨੂੰ ਬੁਲਾ ਕੇ ਲੰਗਰ ਪ੍ਰਸ਼ਾਦਾ ਛਕਾਇਆ, ਅਰਦਾਸ ਕਰਾਈ ਕਿ ਮੇਰਾ ਬਚਨ ਮੈਂ ਭੁੱਲ ਕੇ ਝੂਠਾ ਬਚਨ ਕਰ ਬੈਠਾ, ਹਉਮੈ ਹੰਕਾਰ ਚ ਆ ਕੇ ਮੇਰੀ ਪੈਜ ਰਹਿ ਜਾਵੇ, ਇੱਜ਼ਤ ਰਹਿ ਜਾਵੇ। ਬਸ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਭਾਈ ਲਾਲ ਚੰਦ, ਅਸੀਸ ਦਿੱਤੀ ਉਹ ਵੀ ਢਾਲ। ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਕਮਰ ਕੱਸੇ ਦੇ ਵਿੱਚ ਆਪਣੇ ਪਿੱਠ ਤੇ ਸਜਾ ਲਈ। ਮਹਾਰਾਜ ਕਹਿੰਦੇ ਇਸ ਨੂੰ ਅਸੀਂ ਆਪਣੇ ਕੋਲ ਰੱਖਾਂਗੇ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਕਹਿਣ ਤੋਂ ਭਾਵ ਥੋੜੀ ਮਤ ਕੀਤੀ ਹੋਈ ਸੇਵਾ ਗਵਾਚ ਜਾਂਦੀ ਹੈ, ਮਤ ਥੋੜੀ ਸੇਵ ਗਵਾਈ ਹੈ। ਤੇ ਜਿੱਥੇ ਪ੍ਰੇਮ ਹੋਵੇ, ਪ੍ਰੇਮ ਦੇ ਵਿੱਚ ਸ਼ਰਧਾ ਪੈਦਾ ਹੁੰਦੀ ਹੈ, ਵਿਸ਼ਵਾਸ, ਭਰੋਸਾ, ਤੇ ਵੱਡੀਆਂ ਬਖਸ਼ਿਸ਼ਾਂ ਗੁਰੂ ਦੀਆਂ ਮਿਲਦੀਆਂ ਨੇ। ਸਾਚ ਕਹੂੰ ਸੁਨ ਲਿਓ ਸਵੈ, ਜਿਨ ਪ੍ਰੇਮ ਕੀਓ ਕੀਰਤ ਪ੍ਰਭ ਕੀ ਗਾਵੋ ਮੇਰੀ ਰਸਨਾ। ਪ੍ਰੇਮ ਕਿੱਥੋਂ ਪ੍ਰਗਟ ਹੁੰਦਾ ਹੈ? ਵਾਹਿਗੁਰੂ ਦੇ ਗੁਣ ਗਾਉਣ ਕਰਕੇ। ਸ੍ਰੀ ਜਪਜੀ ਸਾਹਿਬ ਦਾ ਅਭਿਆਸ ਕਰੋ, ਸ੍ਰੀ ਚੌਪਈ ਸਾਹਿਬ ਦਾ ਜਾਪ ਅਭਿਆਸ ਕਰੋ, ਆਨੰਦ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਗੁਰ ਮੰਤਰ ਦਾ ਅਭਿਆਸ ਕਰੋ। ਅਭਿਆਸ ਕਰਦਿਆਂ ਕਰਦਿਆਂ ਫਿਰ ਸ਼ਰਧਾ, ਵਿਸ਼ਵਾਸ, ਭਾਵਨਾ ਵੱਜਦੀ ਹੈ ਤੇ ਗੁਰੂ ਦੇ ਨਾਲ ਸਾਂਝ, ਪੀਢੀ ਗੰਢ ਜਿਹਨੂੰ ਕਹਿੰਦੇ ਨੇ, ਗੂੜੀ ਪੱਕੀ ਗੰਢ ਪੈਂਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਸੰਗਤ ਜੀ ਜਿੰਨੇ ਸਾਡੇ ਕਾਰਜਾਂ ਦੇ ਵਿੱਚ ਵਿਘਨ ਪੈਂਦੇ ਨੇ, ਫਿਰ ਵਿਘਨ ਨਹੀਂ ਆਉਂਦਾ, ਮਹਾਰਾਜ ਆਉਣ ਨਹੀਂ ਦਿੰਦੇ, ਫਿਰ ਕਿਰਪਾ ਵਰਤਦੀ ਰਹਿੰਦੀ ਹੈ। ਜੇ ਕੋਈ ਦੁੱਖ, ਕੋਈ ਤਕਲੀਫ ਆ ਜਾਂਦੀ ਹੈ, ਫਿਰ ਸੱਚੇ ਪਾਤਸ਼ਾਹ ਜੀ ਸਿਦਕ ਬਖਸ਼ਦੇ ਨੇ ਕਿ ਉਹਨੂੰ ਝੱਲਣ ਦਾ ਬਲ ਵੀ ਮਹਾਰਾਜ ਆਪ ਦਿੰਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਿਆਰ ਦੀ ਖੇਡ ਜਿਨ੍ਹਾਂ ਨੇ ਭਰੋਸਾ ਕਰ ਲਿਆ ਉਹ ਤਰ ਗਏ। ਸੰਗਤ ਜੀ ਰਹੋ ਵਿਚਾਰ, ਸਮਾਂ ਹੁਣ ਸਮਾਪਤ ਹੈ। ਸੋ ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਬਲਵੀਰ ਸਿੰਘ, ਸਰਬੱਤ ਪਰਿਵਾਰ ਮਿਲ ਕਰਕੇ ਮਹਾਰਾਜ ਜੀ ਦੇ ਚਰਨ ਪਰਸੇ ਨੇ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਅੰਮ੍ਰਿਤ ਵੇਲੇ ਸੰਪੂਰਨਤਾਈ ਹੋਈ ਹੈ। ਮਹਾਰਾਜ ਜੀਆਂ ਨੇ ਅਸੀਸਾਂ ਦਿੱਤੀਆਂ, ਅਖੰਡ ਜਾਪ 48 ਘੰਟੇ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਵਰਤੀ ਹੈ। ਬੇਅੰਤ ਸੇਵਾ ਭਾਵਨਾ ਗੁਰਸਿੱਖ ਪਰਿਵਾਰ ਪਰਸੋਂ ਦੇ ਰੋਜ਼ ਤੋਂ ਹੀ ਕਰਦਾ ਆ ਰਿਹਾ। ਬੜਾ ਨੇਮ ਹੈ, ਬਹੁਤ ਪ੍ਰੇਮ ਹੈ। ਤੇ ਸੰਗਤ ਜੀ ਪ੍ਰੇਮ ਦੇ ਨਾਲ ਹੀ ਸਾਰੇ ਮਸਲੇ ਹੱਲ ਹੋ ਜਾਂਦੇ, ਪ੍ਰੇਮ ਦੇ ਨਾਲ ਹੀ ਵਡਿਆਈਆਂ ਮਿਲਦੀਆਂ ਨੇ। ਗੁਰੂ ਦੇ ਨਾਲ ਪ੍ਰੇਮ ਕਰਨਾ ਸਿੱਖੀਏ। ਸੰਗਤ ਦੇ ਵਿੱਚ ਆ ਕੇ ਉੱਠਣਾ ਬੈਠਣਾ ਇਹ ਪ੍ਰੇਮ ਤੋਂ ਹੀ ਸਾਰਾ। ਜਿੱਥੇ ਪ੍ਰੇਮ ਹੋਵੇ ਉੱਥੇ ਹੀ ਡਰ ਤੇ ਭਾਉ ਹੈ। ਭਾਉ ਤੇ ਭਾਵਨੀ, ਪ੍ਰੇਮ ਤੇ ਡਰ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਪਰਸੋਂ ਦੇ ਰੋਜ਼ ਤੋਂ ਸਮੁੱਚੇ ਜਥੇ ਦੇ ਕੋਲੋਂ ਵੀ ਗੁਰਬਾਣੀ ਦੇ ਜਾਪ ਕਰਦੇ ਆ, ਸੇਵਾਵਾਂ ਨਿਭਾਉਂਦੇ ਆ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਸੀਸਾਂ ਦੇਣੀਆਂ। ਆਉਣ ਵਾਲਾ ਸਮਾਂ ਜੋ 12, 13 ਤੇ 14 ਜਨਵਰੀ ਦਾ ਜੀ, 12 ਤਰੀਕ ਰਾਤ ਨੂੰ ਅਤੇ 13 ਨੂੰ ਗੁਰਦੁਆਰਾ ਸਾਹਿਬ 40 ਮੁਕਤੇ ਫਤਿਹਪੁਰ ਵਿਖੇ ਦੀਵਾਨ ਸੱਜ ਰਹੇ ਨੇ। 12 ਰਾਤ ਦਾ, 13 ਰਾਤ ਦਾ, 14 ਦਿਨ ਦਾ ਸਮਾਗਮ ਹੋਵੇਗਾ। 12 ਤਰੀਕ ਨੂੰ ਨਗਰ ਕੀਰਤਨ ਵੀ ਸਜਾਏ ਜਾ ਰਹੇ ਨੇ। ਆਪ ਜੀ ਸਰਬੱਤ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸੰਗਤ ਜੀ ਔਰ ਜ਼ਰੂਰੀ ਬੇਨਤੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਰਹਿਤਾਂ ਰੱਖੀਏ, ਕੁਰੈਤਾਂ ਤੋਂ ਬਚੀਏ, ਗੁਰੂ ਵਾਲੇ ਬਣ ਕੇ ਜੀਵਨ ਬਤੀਤ ਕਰੀਏ। ਸੰਗਤ ਜੀ ਸਤਿਗੁਰਾਂ ਦੇ ਪਿਆਰ ਦੇ ਵਿੱਚ ਰਹਿਣਾ ਸਿੱਖੀਏ। ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਛਕੀ ਹੈ ਵਧਾਈ ਦੇ ਪਾਤਰ ਨੇ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ
ਉਹ ਬੇਨਤੀ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀ ਦੇ ਪਵਿੱਤਰ ਬਚਨ ਨੇ ਅੰਮ੍ਰਿਤ ਪੀਆ ਸਤਿਗੁਰੂ ਦੀਆ, ਇਹ ਤੁਹਾਡੀ ਅਮੋਲਕ ਦਾਤ ਹੈ, ਬਖਸ਼ਿਸ਼ ਹੈ, ਕਿਰਪਾ ਕਰਕੇ ਇਹ ਦਾਤ ਸਾਡੀ ਝੋਲੀ ਵਿੱਚ ਵੀ ਪਾ ਦਿਓ। ਗੱਜ ਕੇ ਆਖੋ ਸਤਿਨਾਮ। ਆਓ ਸੰਗਤ ਜੀ, ਸਮਾਂ ਕਾਫੀ ਹੋ ਗਿਆ ਜੀ, ਜਿਉ ਆਇਆ ਆਖਦੇ ਆ ਮਹਾਂਪੁਰਖਾਂ ਨੂੰ ਵੀ, ਜੋ ਪਰਿਵਾਰ ਦੇ ਪਿਆਰ ਦੇ ਵਿੱਚ ਪਿਆਰ ਭਰੇ ਸੁਨੇਹੇ ਤੇ ਮਹਾਂਪੁਰਖ ਪਹੁੰਚੇ ਨੇ, ਜਿਉ ਆਇਆਂ ਨੂੰ ਗੁਰੂ ਕੀ ਸੰਗਤ ਦਾ ਧੰਨਵਾਦ ਹੈ। ਆਪ ਜੀ ਵੀ ਗੁਰਮੁਖ ਪਰਿਵਾਰ ਦੇ ਪਿਆਰ ਭਰੇ ਸੁਨੇਹੇ ਤੇ ਪਹੁੰਚੇ ਹੋ, ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਨੇ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਸੇਵਕ ਪਰਿਵਾਰ ਨੂੰ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਮਹਾਰਾਜ ਮੇਰਾ ਕਰਨ ਸਰਬੱਤ ਕੀਤੀਆਂ ਹੋਈਆਂ ਸੇਵਾ ਦਾ ਫਲਾਦੇਸ਼ ਮਹਾਰਾਜ ਸਰਬੱਤ ਪਰਿਵਾਰ ਨੂੰ ਬਖਸ਼ਿਸ਼ ਕਰਨ, ਸਰਬੱਤ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕਰਨ, ਮਹਾਰਾਜ ਮੇਰਾ ਕਰਨ। ਆਓ ਜੀ, ਸਮਾਂ ਸਮਾਪਤ ਹੈ, ਪੜੋ ਸਾਰੇ ਪਿਆਰ ਨਾਲ ਜੀ। ਗਾਵੋ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਵੋ ਮੇਰੀ ਰਸਨਾ ਕੀਰਤ ਗਾਵੋ ਮੇਰੀ ਰਸਨਾ ਕੀਰਤ, ਗਾਵੋ ਮੇਰੀ ਰਸਨਾ ਕੀਰਤ ਪ੍ਰਭ ਕੀਰਤ ਪ੍ਰਭ ਕੀ, ਗਾਵੋ ਮੇਰੀ ਰਸਨਾ 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 ਗਾਵੋ ਮੇਰੀ ਰਸਨਾ ਕੀਰਤ, ਗਾਵੋ ਮੇਰੀ ਰਸਨਾ ਕੀਰਤ ਪ੍ਰਭ ਜੀ, ਗਾਵੋ ਮੇਰੀ ਰਸਨਾ ਕੀਰਤ ਗਾਵੋ ਮੇਰੀ ਰਸਨਾ ਕੀਰਤ ਪ੍ਰਭ ਕੀ।